ਹਿਮਾਚਲ ਅਤੇ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਕੁਝ ਵਿਵਾਦਿਤ ਜ਼ਮੀਨ ਨੂੰ ਲੈ ਕੇ ਅੱਜ ਨੰਗਲ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ। ਕੁਝ ਸਮਾਂ ਪਹਿਲਾਂ ਹਿਮਾਚਲ ਜੰਗਲਾਤ ਵਿਭਾਗ ਅਤੇ ਪਿੰਡ ਨਿੱਕੂ ਨੰਗਲ ਦੇ ਵਾਸੀਆਂ ਦਰਮਿਆਨ ਵਿਵਾਦਿਤ ਜ਼ਮੀਨ ਵਿੱਚੋਂ ਵੱਡੀ ਗਿਣਤੀ 'ਚ ਸਫੈਦਿਆਂ ਦੇ ਦਰਖਤ ਕੱਟੇ ਗਏ ਸਨ, ਜਿਸ ਦੀ ਸ਼ਿਕਾਇਤ ਜੰਗਲਾਤ ਵਿਭਾਗ ਵੱਲੋਂ ਨੰਗਲ ਪੁਲਿਸ ਕੋਲ ਦਰਜ ਕਰਵਾਈ ਗਈ ਸੀ ਅਤੇ ਸੰਜੀਵ ਕੁਮਾਰ ਨਾਂ ਦੇ ਵਿਅਕਤੀ ਵੱਲੋਂ ਐਨਜੀਟੀ ਨੂੰ ਸ਼ਿਕਾਇਤ ਕੀਤੀ ਗਈ ਤੇ ਉਸ ਸ਼ਿਕਾਇਤ ਦਾ ਸਖਤ ਨੋਟਿਸ ਲੈਂਦਿਆਂ ਐਨਜੀਟੀ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਅੱਜ ਹਿਮਾਚਲ ਤੇ ਪੰਜਾਬ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਇਸ ਦੀ ਜਾਂਚ ਕੀਤੀ। ਇੱਥੇ ਹਿਮਾਚਲ ਜੰਗਲਾਤ ਵਿਭਾਗ ਅਤੇ BBMP ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਅਤੇ ਸਾਰੀ ਸਥਿਤੀ ਨੂੰ ਸਮਝਿਆ। ਇਸ ਮੌਕੇ ਤੇ ਪਹੁੰਚ ਕੇ ਨਿੱਕੂ ਨੰਗਲ ਦੇ ਪਿੰਡ ਵਾਸੀਆਂ ਦੀ ਵੀ ਗੱਲ ਸੁਣੀ। ਦੂਜੇ ਪਾਸੇ ਉਨਾਂ ਦੇ DC ਰਾਘਵ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਦਰਖਤਾਂ ਦੀ ਕਟਾਈ ਦੀ ਰਿਪੋਰਟ ਆਉਣ ਵਾਲੇ 2 ਮਹੀਨਿਆਂ ਵਿੱਚ ਐਨਜੀਟੀ ਅੱਗੇ ਇਹ ਰਿਪੋਰਟ ਪੇਸ਼ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਅਗਲੀ ਸੁਣਵਾਈ ਹੋਵੇਗੀ। ਆਓ ਸੁਣ ਲੈਂਦੇ ਹਾਂ ਕੀ ਕੁਝ ਕਹਿਣਾ ਹੈ ਇਨ੍ਹਾਂ ਪਹੁੰਚੇ ਹੋਏ ਅਫਸਰਾਂ ਦਾ। ਮੈਡਮ ਦੱਸੋ, ਅੱਜ ਤੁਸੀਂ ਇੱਥੇ ਆਏ ਸੀ, ਡਿਸਪਿਊਟ ਹੈ, ਪਿੰਡ ਵਾਲੇ ਵੀ ਕਹਿੰਦੇ ਸਾਡੀ ਜਗ੍ਹਾ ਕਿਆ ਡਿਸਪਿਊਟ ਹੈ ਇਹਦੇ ਬਾਰੇ? ਇਹਦੇ ਬਾਰੇ ਆਨਰੇਬਲ ਐਨਜੀਟੀ ਦੇ ਆਰਡਰਸ ਆਏ ਸੀਗੇ, ਜਿਨ੍ਹਾਂ ਦੇ ਅੰਡਰ ਅਸੀਂ ਜੁਆਇੰਟ ਇੱਥੇ ਵਿਜ਼ਿਟ ਕੀਤੀ ਹੈਗੀ। ਇੱਕ ਜੁਆਇੰਟ ਕਮੇਟੀ ਵੀ ਅਸੀਂ ਕਨਸਟੀਟਿਊਟ ਕਰ ਰਹੇ ਹਾਂ, ਕਿਉਂਕਿ ਕਾਫੀ ਐਕਟਰਸ ਹੈਗੇ ਜਿਹੜੀ ਆਪਣੀ ਮਲਕੀਅਤ ਕਹਿ ਰਹੇ ਤਾਂ ਜਦੋਂ ਤੱਕ ਰਿਪੋਰਟ ਨਹੀਂ ਆਉਂਦੀ, ਰਿਕਾਰਡ ਨਹੀਂ ਦੇਖ ਸਕਦੇ ਤਾਂ ਕੁਝ ਕਹਿਣਾ ਉਹਦੇ ਬਾਰੇ ਸੰਭਵ ਨਹੀਂ। ਰਿਕਾਰਡ और कमेटी ਦੱਸੂਗੀ, ਬਾਕੀ ਤਾਂ ਦੇਖੋ ਆਨਰੇਬਲ ਕੋਰਟ 'ਚ ਕੇਸ ਚੱਲ ਰਿਹਾ ਹੈਗਾ ਤਾਂ ਸਬ ਜੁਡਿਸ ਮੈਟਰ ਰਹੇਗਾ ਤਾਂ ਜ਼ਿਆਦਾ ਅਸੀਂ ਵੀ ਕਮੈਂਟ ਨਹੀਂ ਕਰ ਸਕਦੇ। ਦਲਜੀਤ ਸਿੰਘ ਦਾ ਦੋਨੋਂ ਹਿਮਾਚਲ ਤੇ ਪੰਜਾਬ ਦੇ DC ਤੇ ਪ੍ਰਸ਼ਾਸਨ ਵੀ ਪੂਰਾ ਨਾਲ ਹੈ ਜੀ। ਕੀ ਮੌਕੇ ਤੇ ਕਿਆ ਦੇਖਿਆ ਜੀ, ਮੀਟਿੰਗ 'ਚ ਕਿਆ ਫੈਸਲਾ ਲਿਆ ਗਿਆ? ਇਹੀ ਫੈਸਲਾ ਲਿਆ ਗਿਆ ਜੀ ਕਿ ਦੋਵੇਂ ਪਾਸੇ, ਕਿਉਂਕਿ ਜਦੋਂ ਵੀ ਇੰਟਰ ਡਿਸਟ੍ਰਿਕਟ ਜੁਰਿਸਡਿਕਸ਼ਨਲ ਮੈਟਰਸ ਹੁੰਦੇ ਆ ਤਾਂ ਇਹੀ ਹੁੰਦਾ ਹੈਗਾ ਕਿ ਕਦੇ ਉਧਰਲੇ ਪਾਸੇ ਜਾਂ ਇਧਰਲੇ ਪਾਸੇ ਕੁਝ ਹੁੰਦਾ ਹੈ, ਤਾਂ ਇਸ ਕਰਕੇ ਜੁਆਇੰਟ ਕਮੇਟੀ ਬਣਾ ਰਹੇ ਹਾਂ। ਉਧਰ ਦੇ ਅਫਸਰ ਵੀ ਹੋਣਗੇ, ਇਧਰ ਦੇ ਵੀ ਹੋਣਗੇ। ਪੁਰਾਣਾ ਰਿਕਾਰਡ ਚੈੱਕ ਕਰਕੇ ਰਿਕਾਰਡ ਮੁਤਾबिक ਤੇ ਮੌਕੇ ਮੁਤਾबिक ਫਿਰ ਰਿਪੋਰਟ ਦਿੱਤੀ ਜਾਊਗੀ। ਕਮੇਟੀ ਨੂੰ ਟਾਈਮ ਵੀ ਦਿੱਤਾ ਗਿਆ? ਹਾਂਜੀ, ਮਹੀਨੇ ਦਾ ਟਾਈਮ ਦਿੱਤਾ ਹੈਗਾ, ਬਟ ਬਾਕੀ ਤਾਂ ਰਿਕਾਰਡ ਕਾਫੀ ਪੁਰਾਣਾ ਹੈ ਤਾਂ ਜਿੱਦਾਂ ਜਿੱਦਾਂ ਉਹਦੀ ਉਹ ਪੜਤਾਲ ਕਰਨਗੇ ਉਹਦੇ ਅਕੋਰਡਿੰਗ ਦੇਖਿਆ ਜਾਏਗਾ। ਰਿਪੋਰਟ ਸਬਮਿਟ ਕਰਨੀ। ਬੂਟਿਆਂ ਦੀ ਕਟਾਈ ਹੋ ਰਹੀ ਹੈ ਬੰਦ? ਕਿਸੇ ਨੇ ਪਰਮਿਸ਼ਨ ਤਾਂ ਦਿੱਤੀ ਨਹੀਂ ਹੈਗੀ, ਮੌਕੇ ਤੇ ਜੀ ਕੋਈ ਕਾਟ ਰਿਹਾ ਨਹੀਂ ਹੈਗਾ। ਬਾਕੀ ਇਹੀ ਹੈਗਾ ਕਿ ਕਿੱਥੇ ਵੀ ਗ੍ਰੀਨ ਕਵਰ है तो उन्हें प्रोटेक्ट करना साड़ी जिम्मेदारी। माननीय एनजीटी द्वारा ये आदेश किए गए हैं एक केस में, जिसमें ये बोला गया है कि DC रोपड़, DC ऊना और हिमाचल प्रदेश के वन विभाग और पंजाब के वन विभाग की जॉइंट कमेटी बनाई है कि यहाँ जो निक्कू नंगल करके गांव है, वहाँ जो हिमाचल प्रदेश सरकार का एक रेस्ट हाउस है और वन लगाया हुआ है, उसमें कुछ कंप्लेंट्स हैं पेड़ काटने की। तो इसमें आज कमेटी ने जो है बैठक की है और इसमें जितना भी हमारा सरकारी रिकॉर्ड है जो हिमाचल प्रदेश सरकार के पास है, पंजाब सरकार के पास है और BBMP के पास है, उसको हम स्टडी करेंगे आने वाले 2 महीनों में और जो रिपोर्ट होगी वो हम जो है वो NGT में उसमें दायर करेंगे। तो सर जो तो देखिए, दावा जो है वो तो वेरीफाई होगा रिकॉर्ड से, तो इसमें एक दोनों जिला प्रशासन जो है एक जॉइंट कमेटी गठित करेंगे और जो कागज़ों में जो रिकॉर्ड, क्योंकि रेवेन्यू में रिकॉर्ड ही बोलता है, तो रिकॉर्ड के आधार पे जो होगा उसके आधार पे कमेटी अपनी रिकॉर्ड के आधार पे ही रिपोर्ट जो है फाइनलाइज़ करेगी। तो उसमें जो मालिकों के दावे हैं उसको भी जो है वो हम ध्यान में रखेंगे कि उनकी अगर कोई लैंड्स हैं या पुराने दावे हैं वो उसके बारे में रिकॉर्ड क्या बोलता है, BBMP का रिकॉर्ड जो एक्विजिशन की हुई लैंड है वो क्या बोलता है, उसके ऊपर जो आधिकारिक रूप पे जो है वो तभी बोल पाएंगे जो पूरा रिकॉर्ड हमने स्टडी कर लिया। सर ये जो आपका दावा है जी सर, कौन से सन से चला आ रहा है, इसके बारे में कुछ जानकारी है? मैं 1954 से जो है वो यहाँ पे हिमाचल प्रदेश वन विभाग का जो है वो कब्ज़ा है। जब ये पंजाब का पार्ट हुआ करता था कुछ, उसके बाद स्टेट कंस्टिट्यूट हुआ तो ये हिमाचल प्रदेश वन विभाग के कब्जे में रहा। सर कितनी ज़मीन है वन विभाग कर रहा है? ये लगभग 26 एकड़ के आसपास जो है वो लैंड है जो हमारे रिकॉर्ड्स में रिफ्लेक्ट होती है। तो 26 एकड़। तो सर सभी पे पेड़ लगे हुए थे? अब इसमें जो आज की वर्तमान की स्थिति है उसमें जहाँ हम खड़े हुए हैं वहाँ तो कुछ कंस्ट्रक्शन भी है, जो पुराना टिम्बर मार्केट यहाँ पे बताया गया है कि, और बाकी स्थानों पे जो है वो पेड़ लगे हुए हैं और जो अभी कंप्लेंट है वो उन पेड़ के रिमूवल के रिस्पेक्ट में है, जिस जगह पे अवैध रूप से तथाकथित रूप से अवैध रूप से कटान करके उसको खाली किया। सर कितने बेसिकली यहाँ क्या है ना, जो पुराने ज़माने में लैंड एक्वायर की थी, जो लैंड एक्वायर की उसके इंतकाल रेवेन्यू डिपार्टमेंट द्वारा प्रॉपरली नहीं चढ़ाई गई, क्योंकि जब इनिशियली जब लैंड एक्वायर की थी उस समय पर सिर्फ पंजाब गवर्नमेंट एग्जिस्ट करती थी ना, इसमें हिमाचल था, क्योंकि उस ज़माने में जो अपना रिकॉर्ड था नंगल वाज दी पार्ट ऑफ ऊना तहसील। ऊना तहसील से तहसील ट्रांसफ़र होकर गई आनंदपुर तहसील, आनंदपुर से ट्रांसफ़र होकर आई नंगल तहसील। इस बीच विचाले कहीं ना कहीं कोई रिकॉर्ड में रिकॉर्ड इधर उधर हो गया या रिकॉर्ड पूरा ट्रांसफ़र नहीं हो पाया,
दूसरा ये है कि जो लैंड्स हैं बेसिकली इसमें कहीं ना कहीं इनके रिकॉर्ड में आप देखो मजबूका नहर विभाग पंजाब सरकार या मजबूका केंद्र सरकार वो सब BBMB है। वो एक नीरजा माथुर की रिपोर्ट हमारी एक केंद्र से एक पैनल आया था, उस पैनल ने डिक्लेयर कर दिया था कि भाई जिस समय, क्योंकि उस समय वजूद ही पंजाब इरीगेशन डिपार्टमेंट का था, उसमें हमारा तो कोई वजूद ही नहीं था, क्योंकि BCB और BMB बाद में आके BBMB बने थे। तो ये रिकॉर्ड जो है उस टाइम एक्वायर जो लैंड की थी ये पंजाब इरीगेशन डिपार्टमेंट ने की, तो उन्हीं के नाम होगी जिन्होंने एक्वायर की हैं। पर लेकिन वो आज हमारा एक पार्ट है, वो भी हमारा एक ऑनर है, मतलब 4 स्टेट जो ऑनर है उनमें से एक पंजाब इरीगेशन डिपार्टमेंट का ऑनर है। तो उन्हीं के हिसाब से हमने यहाँ पर पीछे नोटिस भी दिए हैं और 3 ज़मीनों पे हमने केस भी डाल दिए हैं, जिनका जो है मेरे ख्याल 12 फरवरी के आसपास उसकी डेट लगी हुई है। और जो पीछे भी हमने फॉरेस्ट को SHO को इंटीमेट किया है, 70 पेड़ पहले कटे थे, वो हमारी ज़मीन से कटे थे। अब जो ये पंजाब जो हिमाचल टिम्बर मार्केट के नाम से जो पहले ज़मीन दी गई थी उनके उससे कटे हैं, उसके बारे में किसी अपने संजीव कुमार जी ने पटिशनर ने NGT में फाइल किया है केस, उसके वास्ते जो है ये दोनों डिप्टी कमिश्नर्स और पूरी टीम आई थी, उसी के बारे में है। उसके फर्दर जो है कमेटी बनेगी, वो कमेटी आगे जो रिपोर्ट देगी उसके हिसाब से काम। सर कितनी ज़मीन तो अलग अलग खसरे हैं। ये बेसिकली तो हमारा यहाँ है कि यहाँ पर्सनल लैंड किसी की नहीं है। ये टोटली जो स्टेशन के इस साइड है, पुराने ज़माने में आप लोगों को शायद याद हो हमारा एक थर्मल प्लांट होता था, ये साथ में हमारा जो है ये पावरिंग का स्टोर है, उससे आगे डिस्पोजल यार्ड है हमारा। और जो ये मार्केटिंग बोर्ड की जो मंडी लगती है, ये मंडी भी हम इनको NOC देते हैं मंडी, दाना मंडी लगाने के लिए। तो ये तो पिछले 60 साल से हमारे पास ही है, क्योंकि जो रेवेन्यू रिकॉर्ड दुरुस्त नहीं है जिसकी वजह से वो लोग क्लेम कर रहे हैं। कहीं ना कहीं रेवेन्यू रिकॉर्ड में के साथ में कोई छेड़छाड़ होके जो पुराने ओनर्स, हमारे पास कुछ पेमेंट के रिकॉर्ड्स भी हैं, क्योंकि रिकॉर्ड 40 से 50 के बीच का है, कुछ एक के हमारे पास हैं जो हमने ढूंढे हैं, जिन जो हमें मिल गए हैं उनके ऊपर हमने केस कर दिया। ਮੇਰਾ ਨਾਮ ਦਲਜੀਤ ਸਿੰਘ ਹੈ। ਦਲਜੀਤ ਸਿੰਘ ਜੀ ਦੱਸਿਓ, ਅੱਜ ਫਿਰ ਪ੍ਰਸ਼ਾਸਨ ਆਇਆ ਸੀਗਾ, ਹਿਮਾਚਲ DC ਤੇ DC ਰੋਪੜ ਆਏ ਹੋਏ ਸੀਗੇ, ਜੰਗਲਾਤ ਵਿਭਾਗ ਵੀ ਨਾਲ ਸੀਗਾ, ਤੁਸੀਂ ਵੀ ਪਹੁੰਚੇ ਹੋ, ਕਿਆ ਤੁਹਾਨੂੰ ਤਸੱਲੀ ਦਿੱਤੀ ਹੈ? ਮੈਨੂੰ ਤਸੱਲੀ ਇਹ ਦਿੱਤੀ ਵੀ ਤੁਸੀਂ SDM ਸਾਹਿਬ ਨੂੰ ਅਸੀਂ ਕਹਿਤਾ, DC ਸਾਹਿਬ ਕਹਿੰਦੇ ਵੀ ਉਹ ਤੁਹਾਡਾ ਸਾਰਾ ਮਸਲਾ ਹੱਲ ਕਰ ਦਊਗਾ। ਤੇ ਅਸੀਂ ਅੱਜ ਦੇਖ ਲੈਂਦੇ ਹਾਂ, ਵੈਸੇ ਮਸਲਾ ਸਾਡਾ 15 ਸਾਲ ਤੇ ਹੋਇਆ ਨਹੀਂ ਪੂਰਾ, ਹੋ ਸਕਦਾ ਹੁਣ ਕਰ ਦੇਣ, ਅਗਰ ਨਾ ਕੀਤਾ ਤਾਂ ਫਿਰ ਅਸੀਂ ਆਪਣੀ ਜਦੋਜਹਿਦ ਚਾਲੂ ਰੱਖਾਂਗੇ। ਕਿਆ ਸੀਗਾ ਤੁਹਾਡਾ? ਸਾਡੇ ਮਸਲੇ ਸਾਰੇ ਜਿੰਨੇ ਵੀ ਆ ਗੰਭੀਰ ਮਸਲੇ ਆ, ਕਿਉਂਕਿ ਸਾਡੀਆਂ ਜਿਹੜੀਆਂ ਫਰਦਾਂ ਹੈ ਨਾ ਉਹ ਸਾਨੂੰ ਬਿਲਕੁਲ ਹੀ ਨਹੀਂ ਖਰਾਬ ਕਰ ਦਿੱਤੀਆਂ। ਪਹਿਲਾਂ ਰਿਕਾਰਡ ਚੱਕ ਲਿਆ, ਉਸ ਤੋਂ ਬਾਅਦ ਹੀ ਨਹੀਂ ਉਹ ਫਰਦਾਂ ਖਰਾਬ ਕਰਕੇ ਕਬਜ਼ੇ ਕਰਵਾਤੇ ਲੋਕਾਂ ਤੇ। ਸ਼ਹਿਰ ਸਾਰਾ ਕਬਜ਼ਿਆਂ 'ਚ ਬੈਠਾ ਹੈ। ਠੀਕ ਹੈ। ਕੋਈ ਰੇਲਵੇ ਨੇ ਸਾਨੂੰ ਪੈਸਾ ਨਹੀਂ ਦਿੱਤਾ, ਕਿਸੇ BBMB ਨੇ ਸਾਨੂੰ ਪੈਸਾ ਨਹੀਂ ਦਿੱਤਾ। ਕਾਲਜ ਬਣਾਇਆ ਵਾ, ਉਹਦੇ ਵਿੱਚ ਸਾਡੇ ਜ਼ਮੀਨ ਹੈ, ਕਿਸੇ ਦੀ 10 ਕਿੱਲੇ ਹੈ, ਕਿਸੇ ਦੀ 2 ਕਿੱਲੇ ਹੈ, ਕਿਸੇ ਦੀ ਇਕੱਲਾ ਹੈ, ਕਿਸੇ ਦਾ ਕੁਛ ਹੈ, ਤੇ ਉਹ ਸਾਨੂੰ ਐਵੇਂ ਲਾਰੇ ਲਾਈ ਜਾਂਦੇ, ਅੱਜ ਕਰਾਂਗੇ, ਕੱਲ੍ਹ ਕਰਾਂਗੇ, ਇਹ ਕਰਾਂਗੇ, ਵਾਹ ਕਰਾਂਗੇ। ਹੁਣ ਆ ਦੇਖੋ 275 ਨੰਬਰ DC ਸਾਹਿਬ ਨੇ ਐਫੀਡੇਵਿਟ ਦਿੱਤਾ ਸੋਨਾਲੀ ਗਿਰੀ ਨੇ ਬਈ ਦਲਜੀਤ ਸਿੰਘ ਦਾ ਅਸੀਂ ਮਿਣ ਕੇ ਦੇ ਦਿੱਤਾ। 1 ਕਨਾਲ ਨੰਬਰ ਹੈ, 2 ਕਨਾਲ 14 ਮਰਲੇ, 1 ਕਨਾਲ 14 ਮਰਲੇ ਮੈਨੂੰ ਮਿਣ ਕੇ ਦੇ ਦਿੱਤਾ ਇਹਨਾਂ ਨੇ, ਤੇ 1 ਕਨਾਲ ਕਹਿੰਦੇ ਵੀ ਤੁਹਾਡਾ ਅਕਵਾਇਰ ਹੋ ਗਿਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਅਕਵਾਇਰ ਤੁਸੀਂ ਕਰ ਸਕਦੇ ਆ। ਤੇ ਅਸੀਂ ਜਦੋਂ SDM ਕੋਲ ਗਏ ਤਾਂ ਉੱਥੇ ਦੁਕਾਨਾਂ ਬਣੀਆਂ ਵਾ, ਜਿਹੜਾ 1 ਕਨਾਲ ਦੱਸਦੇ ਨਾ ਉੱਥੇ ਦੁਕਾਨਾਂ ਬਣੀਆਂ ਵਾ। ਅਸੀਂ ਫਿਰ SDM ਦੇ ਗਏ, ਤਹਿਸੀਲਦਾਰ ਸਾਹਿਬ ਨੇ ਸਾਨੂੰ ਚਿੱਠੀ ਦਿੱਤੀ, ਅਸੀਂ SDM ਦੇ ਚਲੇ ਗਏ। ਉਹ ਕਹਿੰਦੇ ਵੀ ਇੱਥੇ ਨਾ ਕੋਈ ਅਵਾਰਡ ਹੈ, ਨਾ ਕੋਈ ਇੰਤਕਾਲ ਹੈ, ਨਾ ਕੋਈ ਕੁਛ ਹੈ। ਆਹ ਦੇਖੋ, ਇਹਦੀ ਫੋਟੋ ਲੈ ਲਓ, ਆਹ ਦੇਖੋ, ਆਹ ਜਵਾਬ ਸਾਨੂੰ ਦਿੱਤਾ ਉਹਨੇ। ਠੀਕ ਹੈ, ਕਰ ਲੈਂਦੇ। ਠੀਕ ਹੈ। ਤੇ ਤੁਸੀਂ ਕੀ ਹੁਣ ਪਿੰਡ ਵਾਸੀਆਂ ਨੂੰ ਤੁਹਾਡੀ ਕਿਆ ਮੰਗ ਹੈ ਵੀ ਜਿਹੜਾ ਤੁਹਾਡਾ ਹੱਲ ਕੀਤਾ ਜਾਵੇ? ਸਾਡੀ ਪਿੰਡ ਵਾਸੀਆਂ ਦੀ ਇਹੀ ਮੰਗ ਹੈ ਵੀ ਸਾਨੂੰ ਇਹਦੇ ਵਿੱਚੋਂ ਸਾਨੂੰ ਕੱਢਿਆ ਜਾਵੇ, ਦਲਦਲ ਦੇ ਵਿੱਚ ਸਾਨੂੰ ਫਸਾਤਾ। ਸਾਡੇ ਕੋਲ ਤਾਂ ਮਰਲੇ ਨੂੰ ਵੀ ਸਾਡੇ ਬੰਦੇ ਵਿੱਚ ਤਰਸ ਰਹੇ ਆ, ਤੇ ਜ਼ਮੀਨਾਂ ਦੇ ਮਾਲਕ ਹੈ। ਅਕਸਰ ਇਹ ਸਾਨੂੰ ਜਿਹੜਾ ਗਰੀਬੀ ਦੇ ਵਿੱਚ ਨਹੀਂ ਧੱਕਾ ਮਾਰਿਆ, ਸਾਡੇ ਕਿਸੇ ਦੇ 100 ਕਿੱਲਾ, ਕਿਸੇ ਦਾ 50 ਕਿੱਲੇ, ਕਿਸੇ ਦਾ 200 ਕਿੱਲਾ, ਕਿਸੇ ਦਾ ਕੁਛ ਹੈ, ਅਸੀਂ ਤਾਂ ਕੰਗਾਲ ਕਰਕੇ ਰੱਖ ਦਿੱਤਾ ਸਾਨੂੰ। ਸਾਡਾ 210 ਕਨਾਲ ਕਿੱਲੇ ਵਿੱਚੋਂ ਸਿਰਫ ਸਾਡਾ 65 ਕਨਾਲ ਹੋਇਆ ਹੈ, ਮਤਲਬ ਵਿਰਾਸਤ, ਬਾਕੀ ਅੱਧੀ ਪਿਆ ਸਾਡਾ। ਜਾਣੇ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਤੁਹਾਡੀ ਜ਼ਮੀਨ ਦੇ ਉੱਪਰ 3 ਦਾਅਵੇਦਾਰੀ ਠੋਕ ਰਹੇ ਆ, 3 ਮਾਲਕ ਬਣ ਕੇ ਆ ਗਏ, ਉਹਨਾਂ ਕੋਲ ਹੈ ਡਾਕੂਮੈਂਟ ਕੋਈ? ਕੁਛ ਵੀ ਨਹੀਂ, ਉਹਨਾਂ ਕੋਲ ਕੋਈ ਡਾਕੂਮੈਂਟ ਨਹੀਂ। ਕਿਹੜੇ ਕਹਿ ਰਹੇ ਆ? ਜੰਗਲਾਤ ਵਾਲੇ ਪਹਿਲਾਂ ਪੰਜਾਬ ਸਰਕਾਰ ਆਈ, ਉਹ ਫਿਰ ਮੈਂ ਜਦ ਤੰਗ ਲੱਗੇ ਕਰਨ, ਫਿਰ ਮੈਂ ਕੋਰਟ ਕੇਸ ਕਰਤਾ ਉਹਨਾਂ ਪਰ। ਹੁਣ ਉਹ ਸੰਮਣ ਨਹੀਂ ਲੈ ਰਹੇ। ਉਹ SDM ਉਹ ਆਪਣਾ ਜੱਜ ਸਾਹਿਬ ਕਹਿੰਦੇ ਵੀ ਅਸੀਂ ਉਹ ਐਕਸਪਾਰਟੀ ਕਰ ਦੇਣੇ। ਤੇ ਚਲੋ ਉਹ ਹੋ ਗਿਆ, ਹੁਣ ਉਹ ਬੰਦ ਹੋ ਗਏ। ਹੁਣ ਹਿਮਾਚਲ ਵਾਲੇ ਆ ਗਏ, ਸਾਡੀ ਟਿੰਬਰ ਮਾਰਕੀਟ ਹੈ ਜੀ, ਉਹਨਾਂ ਦਾ ਕੁਝ ਨਹੀਂ ਹੈ, ਇੱਕ ਮਰਲਾ ਵੀ ਨਹੀਂ ਹੈ। ਆ DC ਸਾਹਿਬ ਉਹਨਾਂ ਦਾ DC ਸਾਹਿਬ ਨੇ ਮੈਨੂੰ ਇੱਕ ਨੋਟਿਸ ਦਾ ਜਵਾਬ ਦਿੱਤਾ ਤਾਂ ਵੀ ਸਾਨੂੰ 2 ਮਹੀਨੇ ਦਾ ਟਾਈਮ ਦੇ ਦਿਓ। ਹੁਣ ਸਾਲ ਹੋ ਗਿਆ, ਹੁਣ ਉਹਨਾਂ ਦਾ ਕੋਈ ਜਵਾਬ ਨਹੀਂ, ਹੁਣ ਫੇਰ ਟਾਈਮ ਮੰਗ ਰਹੇ ਹੋ। ਮਤਲਬ ਕਹਿਣ ਦਾ ਇਹ ਹੈ ਕਿ ਸਾਡੇ ਜਿਹੜੇ DC ਸਾਹਿਬ ਹੈ ਉਹ ਕੀ ਕਰ ਰਹੇ। ਠੀਕ ਹੈ, ਉਹਨਾਂ ਨੂੰ ਕੁਝ ਐਕਸ਼ਨ ਕਰਨਾ ਚਾਹੀਦਾ ਵੀ ਜਦ ਕੋਈ ਇਨਸਾਫ ਦੇਣਾ ਕਿਸੇ ਪਬਲਿਕ ਨੂੰ, ਇੱਦਾਂ ਥੋੜ੍ਹਾ ਇਨਸਾਫ ਹੋ ਜਾਣਾ ਵੀ ਖਾਣਾ ਪੂਰਤੀ ਕਰੀ ਤੇ ਚੱਲ ਗਏ।
ਤੁਹਾਡਾ ਅਗਲਾ ਸਟੈਪ ਕੀ ਹੋਊਗਾ? ਹੈ ਅਗਲਾ ਪ੍ਰੋਗਰਾਮ ਅਗਲਾ ਸਟੈਪ ਸਾਡਾ ਇਹ ਹੋਗਾ ਵੀ ਅਸੀਂ ਕੰਪਲੇਂਟ, ਅਸੀਂ ਤਾਂ ਸਾਡੀ ਕੰਟੈਕਟ ਚੱਲਦੀ ਹੈ, ਹੁਣ ਅਸੀਂ ਉੱਥੇ ਅਰਜੀ ਲਾਵਾਂਗੇ ਵੀ ਸਾਨੂੰ ਜਾਂ ਤਾਂ CBI ਇਨਕੁਆਇਰੀ ਕਰਾਓ ਜਾਂ ਸਾਡੀ ਵਿਜੀਲੈਂਸ ਇਨਕੁਆਇਰੀ ਕਰਾਓ। ਇਸ 210 ਮਰਲੇ ਕਿੰਨੀ 210 ਕਿੱਲੇ ਜ਼ਮੀਨ, ਹਾਂਜੀ, ਇਹਦੀ ਕਿੰਨੀ ਅਸਲ ਤੇ ਅੱਜ ਦੀ ਡੇਟ 'ਚ ਕਿੰਨੀ ਵੈਲਿਊ ਪੈਂਦੀ? ਇਹਦੀ ਅਰਬਾਂ ਰੁਪਏ 'ਚ ਪੈਣੀ ਹੈ। ਅਰਬਾਂ ਰੁਪਏ। ਠੀਕ ਹੈ। ਸਾਡੀ ਇੱਥੇ